ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਖੇਤੀ ਕਾਨੂੰਨ ਬਣਨ ਜਾ ਰਹੇ ਨੇ ਜਿਹੜੇ ਨਵੇਂ, ਉਹਦੇ ਤੇ ਲਗਾਤਾਰ ਸਵਾਲ ਨੇ। 25 ਤਰੀਕ ਨੂੰ ਕਿਸਾਨਾਂ ਦੀ ਕਾਲ ਹੈ, ਪੂਰਾ ਪੰਜਾਬ ਬੰਦ ਰਹੂਗਾ। ਪਰ ਇਹਦੇ ਤੇ ਵੱਡਾ ਸਵਾਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 2017 ਦੇ ਵਿੱਚ APMC ਸੋਧ ਕਾਨੂੰਨ ਲਿਆਂਦਾ ਗਿਆ ਸੀ। ਕਿਹਾ ਜਾ ਰਿਹਾ ਕਿ ਉਹ ਕਾਨੂੰਨ ਬਿਲਕੁਲ ਇਹੋ ਜਿਹਾ ਹੀ ਕਾਨੂੰਨ ਸੀ। ਪੰਜਾਬ ਦੇ ਵਿੱਚ ਤਾਂ ਉਹ ਪਹਿਲਾਂ ਹੀ ਲਾਗੂ ਹੈ। ਪ੍ਰਾਈਵੇਟ ਪਲੇਅਰ ਕਣਕ ਤੇ ਝੋਨਾ ਖਰੀਦ ਸਕਦਾ ਹੈ। ਤਾਂ ਕੀ ਵੱਖਰਾ ਹੈ? ਤਾਂ ਇੱਕ ਤੁਲਨਾਤਮਕ ਅਧਿਐਨ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਕਾਨੂੰਨ ਕੀ ਕਹਿੰਦਾ ਹੈ, ਕੇਂਦਰ ਦਾ ਕਾਨੂੰਨ ਕੀ ਕਹਿੰਦਾ ਹੈ। ਸੀਨੀਅਰ ਪੱਤਰਕਾਰ ਹਮੀਰ ਸਿੰਘ ਦੇ ਵੱਲੋਂ ਇਹ ਤੁਲਨਾਤਮਕ ਅਧਿਐਨ ਕੀਤਾ ਗਿਆ ਔਰ ਵੱਡੇ ਅਖਬਾਰ ਪੰਜਾਬੀ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ ਹਮੀਰ ਸਿੰਘ ਦੇ ਜੋ ਉਹਨਾਂ ਦਾ ਇਹ ਤੁਲਨਾਤਮਕ ਅਧਿਐਨ ਹੈ। ਤਾਂ ਇਸ ਨੂੰ ਆਵਾਜ਼ ਸਾਡੀ ਹੈ, ਡੇਲੀ ਪੋਸਟ ਤੇ ਤੁਸੀਂ ਦੇਖੋਗੇ ਲਿਖਤ ਹਮੀਰ ਸਿੰਘ ਦੀ ਹੈ। ਤੁਹਾਨੂੰ ਇਹ ਪੂਰਾ ਅਸੀਂ ਸੁਣਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਕਾਨੂੰਨ ਦੇ ਵਿੱਚ ਤੇ ਕੇਂਦਰ ਦੇ ਕਾਨੂੰਨ ਦੇ ਵਿੱਚ ਫਰਕ ਹੈ। ਕੇਂਦਰ ਸਰਕਾਰ ਵੱਲੋਂ 5 ਜੂਨ 2020 ਨੂੰ ਜਾਰੀ ਖੇਤੀ ਸੰਬੰਧੀ ਤਿੰਨਾਂ ਆਰਡੀਨੈਂਸਾਂ ਦੇ ਕਿਸਾਨਾਂ ਅਤੇ ਸੂਬੇ ਦੇ ਹਿੱਤ ਜਾਂ ਵਿਰੋਧ ਵਿੱਚ ਹੋਣ ਦਾ ਦਾਅਵਾ ਚੱਲ ਰਿਹਾ ਹੈ। ਕਿਸਾਨ ਆੜਤੀ ਤੇ ਹੋਰ ਲੋਕ ਆਰਡੀਨੈਂਸਾਂ ਨੂੰ ਫੈਡਰਲਿਜ਼ਮ ਦੇ ਖਿਲਾਫ ਅਤੇ ਕਣਕ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਤੋਂ ਹੱਥ ਖਿੱਚ ਲੈਣ ਵਾਲਾ ਕਰਾਰ ਦਿੰਦਿਆਂ ਅੰਦੋਲਨ ਦੇ ਰਾਹ ਤੇ ਨੇ। ਅਕਾਲੀ ਦਲ ਦੀ ਦਲੀਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 2017 ਦੇ ਵਿੱਚ ਖੇਤੀ ਉਪਜ ਮੰਡੀ ਕਾਨੂੰਨ ਦੇ ਵਿੱਚ ਕੀਤੀ ਗਈ ਸੋਧ ਅਤੇ ਆਰਡੀਨੈਂਸਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਆਰਡੀਨੈਂਸਾਂ ਦਾ ਵਿਰੋਧ ਸਿਆਸੀ ਆਧਾਰ ਤੇ ਹੋ ਰਿਹਾ ਹੈ। ਇਸ ਦੌਰਾਨ ਸਾਹਮਣੇ ਆ ਰਹੀਆਂ ਦਲੀਲਾਂ ਦਾ ਤੁਲਨਾਤਮਕ ਅਧਿਐਨ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮਾਡਲ ਖੇਤੀ ਉਪਜ ਮੰਡੀ ਕਮੇਟੀ ਕਾਨੂੰਨ 2003 ਅਤੇ ਬਾਅਦ ਦੇ ਵਿੱਚ ਮਾਡਲ ਖੇਤੀ ਉਪਜ ਅਤੇ ਪਸ਼ੂ ਧਨ ਮੰਡੀ ਕਾਨੂੰਨ 2017 ਬਣਾਇਆ ਸੀ। ਪੰਜਾਬ ਸਰਕਾਰ ਨੇ ਉਸ ਨੂੰ ਆਧਾਰ ਬਣਾ ਕੇ 2017 ਦਾ ਕਾਨੂੰਨ ਬਣਾਇਆ ਤੇ ਬਾਅਦ ਦੇ ਵਿੱਚ ਇਸ ਦੇ ਨਿਯਮ ਬਣਾ ਕੇ ਜਨਤਕ ਕਰ ਦਿੱਤੇ ਗਏ। ਹੁਣ ਇੱਕ ਪ੍ਰਸ਼ਨ ਤੇ ਫਿਰ ਉਸ ਤੋਂ ਬਾਅਦ ਉਹਦਾ ਜਵਾਬ ਹੈ। ਤਾਂ ਪਹਿਲਾ ਪ੍ਰਸ਼ਨ ਕੀ ਹੈ? ਪਹਿਲਾ ਪ੍ਰਸ਼ਨ ਹੈ ਕਿ ਪੰਜਾਬ ਸਰਕਾਰ ਦੇ ਖੇਤੀ ਉਪਜ ਮੰਡੀ ਕਮੇਟੀ ਸੋਧ APMC ਕਾਨੂੰਨ 2017 ਜਿਹੜਾ ਪੰਜਾਬ ਦੇ ਵਿੱਚ ਬਣਦਾ ਹੈ, ਉਸ ਅਨੁਸਾਰ ਮੰਡੀ ਦੇ ਢਾਂਚੇ ਵਿੱਚ ਕੀ ਤਬਦੀਲੀ ਆਈ ਹੈ। 2017 ਦੇ ਵਿੱਚ ਪੰਜਾਬ ਦੀ ਸਰਕਾਰ ਜੋ ਕਾਨੂੰਨ ਲੈ ਕੇ ਆਈ ਤਾਂ ਉਸ ਤੋਂ ਬਾਅਦ ਪਿਛਲੇ 3 ਸਾਲਾਂ 'ਚ ਮੰਡੀਕਰਨ ਦੇ ਢਾਂਚੇ 'ਚ ਸਿਸਟਮ 'ਚ ਕੀ ਤਬਦੀਲੀ ਆਈ ਹੈ, ਇਹ ਸਵਾਲ ਹੈ। ਕੇਂਦਰ ਸਰਕਾਰ ਦਾ ਕਿਸਾਨ ਉਪਜ ਵਪਾਰ ਅਤੇ ਵਣਜ ਆਰਡੀਨੈਂਸ 2020 ਇਸ ਤੋਂ ਵੱਖ ਕਿਵੇਂ ਹੈ? ਤਾਂ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ 2017 'ਚ ਸਰਕਾਰ ਨੇ ਕਾਨੂੰਨ ਬਣਾਇਆ ਤੇ ਹੁਣ ਜਿਹੜਾ ਕੇਂਦਰ ਦੀ ਸਰਕਾਰ ਲੈ ਕੇ ਆਈ ਉਹਨਾਂ 'ਚ ਡਿਫਰੈਂਸ ਕੀ ਹੈ? ਜਵਾਬ ਹੈ ਕਿ ਸੂਬਾ ਸਰਕਾਰ ਦੇ ਵੱਲੋਂ 2017 ਵਿੱਚ ਸੋਧੇ APMC ਕਾਨੂੰਨ ਅਨੁਸਾਰ ਪੰਜਾਬ ਰਾਜ ਮੰਡੀ ਬੋਰਡ ਅਧੀਨ ਆਉਂਦੀਆਂ ਮੰਡੀਆਂ ਤੋਂ ਇਲਾਵਾ ਪ੍ਰਾਈਵੇਟ ਖੇਤਰ ਦੀਆਂ ਮੰਡੀਆਂ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਤਾਂ 2017 ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਪ੍ਰਾਈਵੇਟ ਮੰਡੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਪੰਜਾਬ ਸਰਕਾਰ ਤੋਂ ਲਾਇਸੈਂਸ ਪ੍ਰਾਪਤ ਵਿਅਕਤੀ ਇਹਨਾਂ ਮੰਡੀਆਂ ਦੇ ਵਿੱਚ ਖੇਤੀ ਉਪਜ ਦਾ ਵਪਾਰ ਕਰ ਸਕਦਾ ਹੈ। ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਪ੍ਰਾਈਵੇਟ ਬੰਦਾ ਖੇਤੀ ਉਪਜ ਦਾ ਵਪਾਰ ਜਿਹੜਾ ਉਹ ਕਰ ਸਕਦਾ ਹੈ, ਲੇਕਿਨ ਪੰਜਾਬ ਸਰਕਾਰ ਤੋਂ ਲਾਇਸੈਂਸ ਲੈਣ ਦੀ ਲੋੜ ਹੈ। ਸੂਬਾ ਸਰਕਾਰ ਵੱਲੋਂ ਮੰਡੀ ਨੋਟੀਫਾਈ ਕੀਤੇ ਬਿਨਾਂ ਕਿਸੇ ਤਰ੍ਹਾਂ ਦੀ ਖਰੀਦ ਵੇਚ ਨਹੀਂ ਹੋ ਸਕਦੀ। ਪ੍ਰਾਈਵੇਟ ਵਪਾਰੀ ਜਾਂ ਕਾਰਪੋਰੇਟ ਕੰਪਨੀਆਂ ਉੱਤੇ ਇਹਨਾਂ ਮੰਡੀਆਂ ਵਿੱਚੋਂ ਉਪਜ ਖਰੀਦ ਉੱਤੇ ਰੋਕ ਨਹੀਂ ਹੈ। ਪਰ ਹਕੀਕਤ ਦੇ ਵਿੱਚ ਕਿ ਕਣਕ ਦੇ 2020 ਦੇ ਸੀਜ਼ਨ ਦੇ ਵਿੱਚ 1,127.45 ਲੱਖ ਟਨ ਦੇ ਵਿੱਚੋਂ ਪ੍ਰਾਈਵੇਟ ਖਰੀਦ ਸਿਰਫ 0.58% ਰਹੀ ਹੈ। ਤਾਂ ਦੇਖੋ ਤੁਸੀਂ 1% ਤੋਂ ਵੀ ਘੱਟ ਹੈ। ਅੱਧੇ ਪ੍ਰਤੀਸ਼ਤ ਦੇ ਆਸ-ਪਾਸ ਪ੍ਰਾਈਵੇਟ ਖਰੀਦ 2020 ਦੇ ਵਿੱਚ ਕਣਕ ਦੀ ਪੰਜਾਬ ਦੇ ਵਿੱਚ ਰਹੀ ਹੈ। 1,127.45 ਲੱਖ ਟਨ ਦੇ ਵਿੱਚੋਂ ਅੱਧੇ ਪ੍ਰਤੀਸ਼ਤ ਦੇ ਨੇੜੇ ਪ੍ਰਾਈਵੇਟ ਬਾਇਰ ਨੇ, ਪ੍ਰਾਈਵੇਟ ਪਲੇਅਰ ਨੇ ਕਣਕ ਪੰਜਾਬ ਦੇ ਵਿੱਚ ਖਰੀਦੀ ਤੇ ਬਾਕੀ ਸਾਰੀਆਂ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਹੈ। ਹੁਣ ਜਿਹੜਾ ਕੇਂਦਰੀ ਆਰਡੀਨੈਂਸ ਹੈ ਉਹ ਕੀ ਕਹਿੰਦਾ? 2020 ਦੇ ਕੇਂਦਰੀ ਆਰਡੀਨੈਂਸ ਮੁਤਾਬਿਕ ਸੂਬਾ ਸਰਕਾਰ ਵੱਲੋਂ ਨਵੀਂ ਮੰਡੀ ਲਈ ਕਿਸੇ ਤਰ੍ਹਾਂ ਦੇ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੈ ਤੇ ਨਾ ਹੀ ਕਿਸੇ ਲਾਇਸੈਂਸ ਦੀ ਲੋੜ ਹੈ। ਕੇਵਲ ਆਮਦਨ ਕਰ ਦੇਣ ਵਾਲਾ ਪੈਨ ਕਾਰਡ ਵਾਲਾ ਯਾਨੀ ਕਿ ਕੋਈ ਵੀ ਵਿਅਕਤੀ ਖੇਤੀ ਉਪਜ ਦਾ ਵਪਾਰ ਕਰ ਸਕਦਾ ਹੈ। ਪੰਜਾਬ ਮੰਡੀ ਬੋਰਡ ਦੇ ਵੱਲੋਂ ਐਲਾਨੀਆਂ ਮੰਡੀਆਂ ਤੋਂ ਬਾਹਰ ਅਜਿਹਾ ਵਿਅਕਤੀ ਕਿਸੇ ਵੀ ਥਾਂ ਤੇ ਖੇਤੀ ਉਪਜ ਦਾ ਵਪਾਰ ਕਰ ਸਕਦਾ ਹੈ। ਤਾਂ ਇਹ ਕੇਂਦਰ ਦਾ ਕਾਨੂੰਨ ਕਹਿੰਦਾ ਹੈ। ਪੰਜਾਬ ਦਾ ਕਹਿੰਦਾ ਹੈ ਕਿ ਲਾਇਸੈਂਸ ਲੈਣਾ ਜ਼ਰੂਰੀ ਹੈ। ਕੇਂਦਰ ਨੇ ਹੁਣ ਜੋ ਨਵਾਂ ਕਾਨੂੰਨ ਬਣਾਇਆ ਉਹਦੇ ਤਹਿਤ ਸਿਰਫ ਪੈਨ ਕਾਰਡ ਹੋਣਾ ਚਾਹੀਦਾ ਹੈ ਤੇ ਕੋਈ ਵੀ ਪ੍ਰਾਈਵੇਟ ਪਲੇਅਰ ਆ ਕੇ ਇਹ ਵਪਾਰ ਕਰ ਸਕਦਾ ਹੈ ਹੁਣ ਖੇਤੀ ਨਾਲ ਸੰਬੰਧਿਤ
ਜਿਹੜੀ ਕਣਕ ਝੋਨੇ ਦੀ ਖਰੀਦ ਦਾ, ਉਹਦੇ ਵਾਸਤੇ ਉਹਨੂੰ ਸਿਰਫ ਪੈਨ ਕਾਰਡ ਦੀ ਲੋੜ ਹੈ, ਉਹਨੂੰ ਕਿਸੇ ਤਰ੍ਹਾਂ ਦੇ ਲਾਇਸੈਂਸ ਦੀ ਨੋਟੀਫਿਕੇਸ਼ਨ ਦੀ ਕੋਈ ਲੋੜ ਨਹੀਂ ਹੈ। ਅਗਲਾ ਵੱਡਾ ਸਵਾਲ ਆਉਂਦਾ ਹੈ ਕਿ ਮੰਡੀਆਂ ਦੇ ਵਿੱਚ ਫੀਸ ਤੇ ਸੈਸ ਲਾਉਣ ਦੇ ਸੂਬਾ ਸਰਕਾਰ ਦੇ ਅਧਿਕਾਰ ਵਿੱਚ ਨਵੇਂ ਆਰਡੀਨੈਂਸ ਦਾ ਕੀ ਅਸਰ ਪਊਗਾ। ਤਾਂ ਇਸ ਦਾ ਜਵਾਬ ਹਮੀਰ ਸਿੰਘ ਲਿਖਦੇ ਨੇ ਕਿ ਪੰਜਾਬ ਦੇ ਕਾਨੂੰਨ ਮੁਤਾਬਕ ਪ੍ਰਾਈਵੇਟ ਮੰਡੀ ਵੀ ਨੋਟੀਫਾਈ ਖੇਤਰ ਦੇ ਵਿੱਚ ਹੀ ਕੰਮ ਕਰ ਸਕਦੀ ਹੈ। ਕਿਸਾਨ ਨੂੰ ਪ੍ਰਾਈਵੇਟ ਤੇ ਜਨਤਕ ਮੰਡੀ ਦੋਵਾਂ ਦੇ ਵਿੱਚੋਂ ਕਿਸੇ ਵਿੱਚ ਵੀ ਫਸਲ ਦੇਣ ਦਾ ਹੱਕ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ ਸਥਾਪਿਤ 1852 ਦੇ ਕਰੀਬ ਮੰਡੀਆਂ ਜਾਂ ਸਬ ਯਾਰਡਾਂ ਤੋਂ ਇਲਾਵਾ ਪ੍ਰਾਈਵੇਟ ਮੰਡੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਨੇ। ਪ੍ਰਾਈਵੇਟ ਵਪਾਰੀਆਂ ਦੀ ਮਾਲਕੀ ਵਾਲੀਆਂ ਮੰਡੀਆਂ 10 ਏਕੜ ਰਕਬੇ ਦੇ ਵਿੱਚ, 3 ਏਕੜ ਦੇ ਵਿੱਚ ਤੇ 1 ਏਕੜ ਦੇ ਵਿੱਚ ਹੋ ਸਕਦੀਆਂ। ਫਿਲਹਾਲ ਇਹ ਫਲਾਂ, ਸਬਜ਼ੀਆਂ, ਫੁੱਲਾਂ, ਲੱਕੜ ਅਤੇ ਪਸ਼ੂਆਂ ਲਈ ਮਨਜ਼ੂਰ ਕੀਤੀਆਂ ਜਾ ਸਕਣਗੀਆਂ। ਇਹਨਾਂ ਉੱਤੇ ਪੂਰੀ ਸਰਕਾਰੀ ਕੰਟਰੋਲ ਕਾਇਮ ਰਹੂਗਾ। ਇਹ ਪੰਜਾਬ ਦਾ ਕਾਨੂੰਨ ਕਹਿ ਰਿਹਾ ਜੋ ਮੈਂ ਪੜ੍ਹ ਰਿਹਾ। ਪ੍ਰਾਈਵੇਟ ਯਾਰਡਾਂ ਦੇ ਮਾਲਕ ਅਤੇ ਨਜ਼ਦੀਕੀ ਰਿਸ਼ਤੇਦਾਰ ਵਪਾਰਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ, ਉਹ ਕੇਵਲ ਸੰਚਾਲਨ ਦਾ ਕੰਮ ਕਰ ਸਕਦੇ ਨੇ। ਪ੍ਰਾਈਵੇਟ ਮੰਡੀਆਂ ਦੇ ਪ੍ਰਬੰਧਕਾਂ ਵੱਲੋਂ ਵਸੂਲੇ ਜਾਣ ਵਾਲੇ ਯੂਜ਼ਰ ਚਾਰਜ ਵਿੱਚੋਂ 25% ਦੀ ਮੰਡੀ ਵਿਕਾਸ ਫੰਡ ਵਾਸਤੇ ਪੰਜਾਬ ਰਾਜ ਮੰਡੀ ਬੋਰਡ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਅਜੇ ਤੱਕ ਕੋਈ ਇਦਾਂ ਦੀ ਵੀ ਪ੍ਰਾਈਵੇਟ ਮੰਡੀ ਸਥਾਪਿਤ ਨਹੀਂ ਹੋਈ। ਤਾਂ 3 ਸਾਲ ਹੋ ਗਏ ਪੰਜਾਬ ਦੇ ਵਿੱਚ ਪ੍ਰਾਈਵੇਟ ਮੰਡੀ ਦਾ ਕਾਨੂੰਨ ਬਣਿਆ, ਜੋ ਪੰਜਾਬ ਦਾ ਸੂਬੇ ਦਾ ਕਾਨੂੰਨ ਸੀ। ਅਜੇ ਤੱਕ ਇੱਕ ਵੀ ਮੰਡੀ ਸਥਾਪਿਤ ਨਹੀਂ ਹੋਈ ਹੈ। ਤਾਂ ਹੁਣ ਕੇਂਦਰੀ ਆਰਡੀਨੈਂਸ ਕੀ ਕਹਿੰਦਾ ਹੈ? ਇਹ ਪੰਜਾਬ ਦੇ ਕਾਨੂੰਨ ਦੀ ਗੱਲ ਸੀ, ਹੁਣ ਕੇਂਦਰ ਦਾ ਆਰਡੀਨੈਂਸ ਜਿਹੜਾ ਨਵਾਂ ਕਾਨੂੰਨ ਕੇਂਦਰ ਦਾ, ਉਹ ਕੀ ਕਹਿੰਦਾ ਇਸ ਸਵਾਲ ਦੇ ਉੱਤੇ। ਕੇਂਦਰੀ ਆਰਡੀਨੈਂਸ ਅਨੁਸਾਰ ਸੂਬਾਈ ਜਾਂ ਪ੍ਰਾਈਵੇਟ ਮੰਡੀਆਂ ਦੀ ਲੋੜ ਨਹੀਂ ਹੈ। ਕਿਸੇ ਵੀ ਜਗ੍ਹਾ ਵਪਾਰ ਕੀਤਾ ਜਾ ਸਕਦਾ ਹੈ। ਕਿਸਾਨ ਮੰਡੀ ਬੋਰਡ ਵੱਲੋਂ ਸਥਾਪਿਤ ਮੰਡੀਆਂ ਆਰਡੀਨੈਂਸ ਤਹਿਤ ਐਲਾਨੀਆਂ ਸੂਬੇ ਜਾਂ ਦੇਸ਼ ਦੀਆਂ ਸਭ ਥਾਵਾਂ ਦੇ ਉੱਤੇ ਫਸਲ ਵੇਚ ਸਕੇਗਾ। ਇਹ ਮੁਕਤ ਵਪਾਰ ਹੋਵੇਗਾ ਤੇ ਸੂਬਾ ਸਰਕਾਰ ਦਾ ਅਜੇ ਵਪਾਰ ਉੱਤੇ ਕੋਈ ਕੰਟਰੋਲ ਨਹੀਂ ਹੋਵੇਗਾ। ਤਾਂ ਕੇਂਦਰ ਨੇ ਸਿੱਧਾ ਸੂਬੇ ਦਾ ਕੰਟਰੋਲ ਜਿਹੜਾ ਇਸ ਵਪਾਰ ਦੇ ਉੱਤੋਂ ਚੱਕਤਾ। ਜਿਹੜੀ ਲਾਇਸੈਂਸਿੰਗ ਦੀ ਅਸੀਂ ਗੱਲ ਕਰ ਰਹੇ ਸੀ, ਨੋਟੀਫਿਕੇਸ਼ਨ ਦੀ ਗੱਲ ਕਰ ਰਹੇ ਸੀ, ਉਹ ਸਾਰਾ ਜਿਹੜਾ ਔਰ ਜਿਹੜਾ ਟੈਕਸ ਸੀਗਾ, ਉਹ ਸਾਰਾ ਕੁਝ ਕੇਂਦਰ ਦਾ ਹੁਣ ਕੰਟਰੋਲ ਜਿਹੜਾ ਚੱਕਤਾ। ਮੰਡੀ ਦੀ ਕੋਈ ਸੀਮਾ ਨਹੀਂ ਹੈ, ਫਿਜ਼ੀਕਲ ਬਾਉਂਡਰੀ ਨਹੀਂ ਹੈ, ਕਿਤੇ ਵੀ ਮੰਡੀ ਹੁਣ ਹੋ ਸਕੂਗੀ। ਇਹ ਕੇਂਦਰ ਦਾ ਨਵਾਂ ਆਰਡੀਨੈਂਸ ਜਿਹੜਾ ਹੁਣ ਉਹ ਕਹਿੰਦਾ ਹੈ। ਅਗਲਾ ਵੱਡਾ ਸਵਾਲ ਹੈ ਕਿ ਮੰਡੀਆਂ ਦੇ ਵਿੱਚ ਟੈਕਸ ਲਾਉਣ ਸੰਬੰਧੀ ਨਵੇਂ ਆਰਡੀਨੈਂਸ ਤੇ ਪੁਰਾਣੇ ਕਾਨੂੰਨ 'ਚ ਕੀ ਅੰਤਰ ਹੈ। ਜਿਹੜੀਆਂ ਟੈਕਸੇਸ਼ਨ ਦੀ ਗੱਲ ਚੱਲ ਰਹੀ ਸੀ, ਕੇਂਦਰ ਨੇ ਹੁਣ ਕੀ ਕੀਤਾ ਉਹ ਤੁਹਾਨੂੰ ਸਮਝਾਉਣੇ ਆ। ਪਹਿਲਾਂ ਤੋਂ ਪੰਜਾਬ 'ਚ ਕੀ ਚੱਲ ਰਿਹਾ ਸੀ ਉਹ ਵੀ ਤੁਹਾਨੂੰ ਦੱਸਦੇ ਹਾਂ। ਤਾਂ ਪਹਿਲਾਂ ਪੰਜਾਬ ਦੇ ਕਾਨੂੰਨ ਦੀ ਗੱਲ ਕਰਦੇ ਹਾਂ। ਪੰਜਾਬ ਰਾਜ ਮੰਡੀ ਬੋਰਡ ਅਧੀਨ ਆਉਂਦੀਆਂ ਜਨਤਕ ਤੇ ਪ੍ਰਾਈਵੇਟ ਦੋਵੇਂ ਤਰ੍ਹਾਂ ਦੀਆਂ ਮੰਡੀਆਂ ਦੇ ਵਿੱਚ ਸੂਬਾ ਸਰਕਾਰ ਨੂੰ ਮੰਡੀ ਦੇ ਵਿਕਾਸ ਲਈ ਮਾਰਕੀਟ ਫੀਸ, ਦਿਹਾਤੀ ਖੇਤਰ ਦੇ ਵਿਕਾਸ ਲਈ RDF ਲਈ ਦਿਹਾਤੀ ਵਿਕਾਸ ਫੰਡ ਤੇ ਆੜਤੀਆਂ ਦੀ ਆੜਤ ਸਮੇਤ ਕਈ ਤਰ੍ਹਾਂ ਦੇ ਟੈਕਸ ਤੇ ਸੈਸ ਲਾਉਣ ਦਾ ਹੱਕ ਹੈ। ਇਸ ਸਮੇਂ ਅਨਾਜ ਵਾਲੀਆਂ ਮੰਡੀਆਂ ਦੇ ਵਿੱਚ ਖਰੀਦਦਾਰੀ ਨੂੰ 3% ਦੀ ਮੰਡੀ ਫੀਸ, 3% ਦਿਹਾਤੀ ਵਿਕਾਸ ਫੰਡ ਅਤੇ 2.5% ਆੜਤ ਦੇਣੀ ਪੈਂਦੀ ਹੈ। ਸੂਬਾ ਸਰਕਾਰ ਸਪੈਸ਼ਲ ਮੰਡੀਆਂ ਵੀ ਸਥਾਪਿਤ ਕਰ ਸਕਦੀ ਹੈ। ਆਪਣੀ ਮੰਡੀ ਦੀ ਪ੍ਰਣਾਲੀ ਇਸੇ ਤਹਿਤ ਆਈ ਹੈ ਅਤੇ ਇੱਥੇ ਕਿਸਾਨ ਸਿੱਧੇ ਆਪਣੀ ਉਪਜ ਵੇਚ ਸਕਦੇ ਨੇ। ਇਸ ਤੋਂ ਇਲਾਵਾ ਅਬੋਹਰ ਦੇ ਵਿੱਚ ਕਿੰਨੂ, ਲੁਧਿਆਣਾ 'ਚ ਮੱਛੀ, ਬਲਾਚੌਰ ਦੇ ਵਿੱਚ ਹਰੇ ਮਟਰਾਂ ਦੀ ਮੰਡੀ ਹੈ। ਹੁਣ ਕੇਂਦਰੀ ਆਰਡੀਨੈਂਸ ਕੀ ਕਹਿੰਦਾ ਹੈ? ਜਿਹੜਾ ਇਹ ਪਹਿਲਾਂ ਤੋਂ ਸਿਸਟਮ ਚੱਲਦਾ ਆ ਰਿਹਾ ਸੀ, ਜਿਹੜਾ ਟੈਕਸੇਸ਼ਨ ਦਾ ਸਿਸਟਮ ਸੀਗਾ ਮੰਡੀਆਂ ਦੇ ਉੱਤੇ, ਉਹਦੇ ਤੇ ਕੇਂਦਰੀ ਆਰਡੀਨੈਂਸ ਮੁਤਾਬਕ ਨਵੇਂ ਤਰੀਕੇ ਦੀ ਖੇਤੀ ਉਪਜ ਵਪਾਰ ਵਿੱਚ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਗਾਇਆ ਜਾਵੇਗਾ। ਇਹ ਜ਼ੀਰੋ ਟੈਕਸ ਪ੍ਰਣਾਲੀ ਹੈ, ਇਹਦੇ 'ਚ ਕੋਈ ਟੈਕਸ ਨਹੀਂ ਹੈ। ਸੂਬਾ ਸਰਕਾਰ ਅਜਿਹੇ ਕਿਸੇ ਖਰੀਦ ਵੇਚ ਉੱਤੇ ਟੈਕਸ ਨਹੀਂ ਲਗਾ ਸਕਦੀ ਤੇ ਨਾ ਹੀ ਵਪਾਰੀ ਸੂਬਾ ਸਰਕਾਰ ਪ੍ਰਤੀ ਜਵਾਬਦੇਹ ਹੋਣਗੇ। ਸੋ ਅਗਰ ਅੱਗੇ ਵਧਦੇ ਹਾਂ, ਅਗਲਾ ਵੱਡਾ ਸਵਾਲ ਹੈ ਕਿ ਝੋਨੇ ਦੀ ਖਰੀਦ ਤੋਂ ਪਿੱਛੇ ਸਰਕਾਰੀ ਮਿਲਿੰਗ ਨੀਤੀ ਅਤੇ ਨਵੇਂ ਆਰਡੀਨੈਂਸ ਦਾ ਕੀ ਅਸਰ ਪਊਗਾ। ਤਾਂ ਪਹਿਲਾਂ ਗੱਲ ਪੰਜਾਬ ਦੀ ਕਿ ਪੰਜਾਬ ਦਾ ਕਾਨੂੰਨ ਕੀ ਕਹਿੰਦਾ। ਝੋਨੇ ਦੀ ਖਰੀਦ ਮੁੱਖ ਤੌਰ ਉੱਤੇ ਸਰਕਾਰੀ ਏਜੰਸੀਆਂ ਕਰਦੀਆਂ। ਜ਼ਿਲ੍ਹਾ ਪੱਧਰੀ ਕਮੇਟੀ ਸ਼ੈਲਰਾਂ ਨੂੰ ਝੋਨਾ ਅਲਾਟ ਕਰਦੀਆਂ ਨੇ ਅਤੇ ਮਿਲ ਕਰਕੇ ਉਹਨਾਂ ਨੂੰ ਚਾਵਲ ਵਾਪਸ ਸਰਕਾਰ ਨੂੰ ਉਹ ਦਿੰਦੇ ਆ ਸ਼ੈਲਰ ਮਾਲਕ। ਹਰ ਸ਼ੈਲਰ ਵਾਲੇ ਨੂੰ ਕਿੰਨਾ ਝੋਨਾ ਦੇਣਾ ਹੈ ਉਹਦਾ ਫੈਸਲਾ ਜ਼ਿਲ੍ਹਾ ਪੱਧਰੀ ਕਮੇਟੀ ਕਰਦੀ ਹੈ। ਕੀਮਤ ਭਰੋਸੇ ਬਾਰੇ ਕਿਸਾਨ ਸਮਝੌਤਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ 2020 ਜਿਹੜਾ ਹੁਣ ਨਵਾਂ ਆਇਆ, ਉਸ ਮੁਤਾਬਕ ਝੋਨੇ ਦੀ ਮਿਲਿੰਗ ਪੰਜਾਬ ਦੇ ਸ਼ੈਲਰਾਂ ਤੋਂ ਕਰਵਾਉਣੀ ਜ਼ਰੂਰੀ ਨਹੀਂ ਹੋਊਗੀ, ਕਿਉਂਕਿ ਉਪਜਾ ਪ੍ਰੋਸੈਸਿੰਗ ਜਾਂ ਕੱਚਾ ਮਾਲ ਕਿਸੇ ਵਪਾਰੀ ਨੂੰ ਸੂਬੇ ਤੋਂ ਬਾਹਰ ਜਿੱਥੇ ਚਾਹਣ ਵੇਚਣ ਦੀ ਖੁੱਲ੍ਹ ਮਿਲ ਗਈ ਹੈ। ਕਿਸੇ ਨੂੰ ਵੀ ਖੇਤੀ ਉਪਜ ਅਸੀਮਤ ਮਾਤਰਾ ਖਰੀਦਣ ਅਤੇ ਭੰਡਾਰ ਕਰਕੇ ਰੱਖਣ ਦੀ ਖੁੱਲ੍ਹ ਹੈ। ਤਾਂ ਹੁਣ ਜਿਹੜੇ ਸ਼ੈਲਰ ਮਾਲਕ ਨੇ, ਉਹ ਪਹਿਲਾਂ ਜੋ ਸਿਸਟਮ ਚੱਲਦਾ ਸੀ ਕਿ ਜੋ ਝੋਨਾ ਸੀਗਾ ਉਹ ਸਰਕਾਰ ਸ਼ੈਲਰ ਮਾਲਕਾਂ ਨੂੰ ਦਿੰਦੀ ਸੀ, ਫਿਰ ਉਹ ਚੌਲ ਉਹਦਾ ਮਿਲਿੰਗ ਕਰਕੇ ਵਾਪਸ ਸਰਕਾਰ ਨੂੰ ਦੇ ਦਿੰਦੇ ਸੀਗੇ।
ਤਾਂ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਸ਼ੈਲਰ ਮਾਲਕਾਂ ਨੂੰ ਦਿੱਤਾ ਜਾਵੇ। ਹੁਣ ਉਹ ਕਿਤੇ ਵੀ ਵੇਚੂਗਾ ਔਰ ਉਹਦਾ ਕਿੰਨਾ ਵੀ ਕੋਈ ਭੰਡਾਰ ਕਰ ਸਕਦਾ ਹੈ। ਅਗਲਾ ਵੱਡਾ ਸਵਾਲ ਹੈ ਕਿ ਫਸਲਾਂ ਦੀ ਕੀਮਤ ਦੇ ਵਿੱਚ ਉਤਾਰ ਚੜਾਅ ਆਉਣ ਉੱਤੇ ਕਿਸਾਨਾਂ ਦੀ ਸਹਾਇਤਾ ਲਈ ਆਰਡੀਨੈਂਸ ਦੀ ਕੀ ਪਹੁੰਚ ਹੈ। ਪੰਜਾਬ ਵਿੱਚ ਕਣਕ ਝੋਨੇ ਦੀ ਖਰੀਦ ਤਾਂ ਸਰਕਾਰੀ ਪੱਧਰ ਤੇ ਹੈ। ਖਰੀਦ ਦੀ ਗਰੰਟੀ ਤੋਂ ਬਿਨਾਂ ਵਾਲੀਆਂ ਫਸਲਾਂ ਦੀ ਕੀਮਤ ਸਥਿਰਤਾ ਲਈ ਵੀ ਪੰਜਾਬ ਦੇ ਮੰਡੀ ਬੋਰਡ ਕਾਨੂੰਨ ਦੇ ਵਿੱਚ ਕੀਮਤ ਸਥਿਰਤਾ ਫੰਡ ਸਥਾਪਿਤ ਕਰਨ ਦੀ ਪ੍ਰੋਵੀਜ਼ਨ ਹੈ। ਕਾਨੂੰਨ ਅਨੁਸਾਰ ਸਰਕਾਰ ਦੇ ਫੈਸਲੇ ਮੁਤਾਬਕ ਕੀਮਤ ਸਥਿਰਤਾ ਫੰਡ ਦੇ ਲਈ ਖਰੀਦਦਾਰਾਂ ਤੋਂ ਟੈਕਸ ਵਸੂਲਿਆ ਜਾ ਸਕਦਾ ਹੈ। ਅਜਿਹੇ ਫੰਡ ਨੂੰ ਕਿਸਾਨਾਂ ਨੂੰ ਫਸਲਾਂ ਦਾ ਭਾਅ ਪੂਰਾ ਨਾ ਮਿਲਣ ਦੀ ਸੂਰਤ ਦੇ ਵਿੱਚ ਉਹਨਾਂ ਦੀ ਸਹਾਇਤਾ ਲਈ ਵਰਤਿਆ ਜਾਂਦਾ ਹੈ ਅਤੇ ਹੋਰ ਵੀ ਕਿਸੇ ਕੰਮ ਉੱਤੇ ਇਸ ਪੈਸੇ ਨੂੰ ਵਰਤਣ ਦੀ ਮਨਾਹੀ ਹੋਵੇਗੀ। ਨਵੇਂ ਆਰਡੀਨੈਂਸ ਵਿੱਚ ਇਹ ਜੀ ਕੋਈ ਧਾਰਾ ਨਹੀਂ ਦਿੱਤੀ ਗਈ, ਤਾਂ ਕੋਈ ਇਹੋ ਜਿਹਾ ਫੰਡ ਨਹੀਂ ਸਥਾਪਿਤ ਹੈ ਜਿਹੜਾ ਕੱਲ ਨੂੰ ਕਿਸਾਨ ਨੂੰ ਉਹਦੀ ਸਹਾਇਤਾ ਕੀਤੀ ਜਾ ਸਕੇ। ਅਗਲਾ ਵੱਡਾ ਸਵਾਲ ਹੈ ਕਿ ਕਿਸਾਨਾਂ ਨੂੰ ਉਪਜ ਦੀ ਅਦਾਇਗੀ ਬਾਰੇ ਮੌਜੂਦਾ ਕਾਨੂੰਨ ਅਤੇ ਆਰਡੀਨੈਂਸਾਂ ਦਾ ਵਿੱਚ ਕੀ ਫਰਕ ਹੈ। ਪੰਜਾਬ ਦੇ ਮੰਡੀ ਕਾਨੂੰਨ ਤਹਿਤ ਜਾਰੀ ਨਿਯਮਾਂ ਅਨੁਸਾਰ ਕਿਸਾਨਾਂ ਨੂੰ ਫਸਲ ਵਿਕਣ ਤੋਂ 48 ਘੰਟੇ ਅੰਦਰ ਅਦਾਇਗੀ ਕਰਨੀ ਹੁੰਦੀ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਵੇਚਿਆ, ਜਦੋਂ ਤੁਸੀਂ ਕਣਕ ਝੋਨਾ ਮੰਡੀ ਲੈ ਕੇ ਗਏ, ਤੁਸੀਂ ਵੇਚਤਾ, ਤਾਂ ਉਹਦੇ ਪੈਸੇ, ਉਹਦੀ ਪੇਮੈਂਟ ਕਿਵੇਂ ਮਿਲਣੀ ਹੈ। ਜਿਹੜਾ ਮੌਜੂਦਾ ਕਾਨੂੰਨ ਸੀਗਾ ਉਹ ਕਹਿੰਦਾ ਸੀ 48 ਘੰਟੇ ਦੇ ਅੰਦਰ ਜ਼ਿਮੀਂਦਾਰ ਨੂੰ ਉਹਦੀ ਪੇਮੈਂਟ ਕਰਨੀ ਹੈ। ਪੈਸਾ ਨਾ ਮਿਲੇ ਤਾਂ ਮਾਰਕੀਟ ਕਮੇਟੀ ਦੇ ਸਕੱਤਰ ਦੀ ਜ਼ਿੰਮੇਵਾਰੀ ਹੈ। 48 ਘੰਟਿਆਂ 'ਚ ਤੁਹਾਨੂੰ ਜੇ ਤੁਹਾਡੀ ਫਸਲ ਦੀ ਪੇਮੈਂਟ ਵਿਕਣ ਤੋਂ ਬਾਅਦ ਨਹੀਂ ਮਿਲਦੀ ਤਾਂ ਉਹ ਮਾਰਕੀਟ ਕਮੇਟੀ ਦੇ ਸਕੱਤਰ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੈ। ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਅਧਿਕਾਰ ਹੈ ਕਿ ਜੇਕਰ ਵਪਾਰੀ ਕਿਸਾਨਾਂ ਦਾ ਪੈਸਾ ਅਦਾ ਨਾ ਕਰੇ ਤਾਂ ਵਪਾਰੀ ਦੀ ਜਾਇਦਾਦ ਦੀ ਬੋਲੀ ਕਰਵਾ ਕੇ ਪੈਸੇ ਦਵਾ ਸਕਦਾ ਹੈ। ਅੰਤਮ ਤੌਰ ਉੱਤੇ ਮੁੱਦਾ ਅਦਾਲਤ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਹੈ। ਹੁਣ ਨਵਾਂ ਕਾਨੂੰਨ ਕੀ ਕਹਿੰਦਾ ਹੈ, ਇਹ ਹੈਰਾਨ ਹੋਵੋਗੇ ਤੁਸੀਂ ਸੁਣ ਕੇ। ਨਵੇਂ ਆਰਡੀਨੈਂਸ ਮੁਤਾਬਕ ਕਿਸਾਨਾਂ ਨੂੰ ਉਸ ਦੀ ਫਸਲ ਦੀ ਅਦਾਇਗੀ ਖਰੀਦ ਵਾਲੇ ਦਿਨ ਜਾਂ 3 ਕੰਮਕਾਜੀ ਦਿਨਾਂ ਅੰਦਰ ਹੋਣੀ ਚਾਹੀਦੀ ਹੈ। ਜੇਕਰ ਵਪਾਰੀ ਅਦਾਇਗੀ ਨਾ ਕਰੇ ਤਾਂ ਵਿਵਾਦ ਨੂੰ ਆਪਸੀ ਸਹਿਮਤੀ ਦੇ ਨਾਲ ਸੁਲਝਾਇਆ ਜਾਵੇਗਾ। ਇਸ ਤੋਂ ਪਿੱਛੋਂ ਸਬੰਧਤ ਤਹਿਸੀਲ ਦੇ ਐਸਡੀਐਮ ਜਾਂ ਅਪੀਲ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਪਾਈ ਜਾ ਸਕਦੀ ਹੈ। ਆਰਡੀਨੈਂਸ ਮੁਤਾਬਕ ਅਜਿਹਾ ਵਿਵਾਦ ਕਿਸੇ ਅਦਾਲਤ ਦੇ ਵਿੱਚ ਨਹੀਂ ਲਿਜਾ ਸਕਦੇ, ਕਿਸੇ ਵੀ ਅਦਾਲਤ 'ਚ ਨਹੀਂ ਜਾ ਸਕਦੇ। ਇਹ ਬਹੁਤ ਇੰਪੋਰਟੈਂਟ ਹੈ। ਅੱਗੇ ਵਧਦੇ ਹਾਂ। ਅਗਲਾ ਵੱਡਾ ਸਵਾਲ ਹੈ ਈ ਟ੍ਰੇਡਿੰਗ ਨੂੰ ਲੈ ਕੇ। ਕਿਹਾ ਜਾ ਰਿਹਾ ਕਿਸਾਨ ਈ ਟ੍ਰੇਡਿੰਗ ਕਰੂੰਗਾ। ਜਿਸ ਕਿਸਾਨ ਕੋਲੇ ਮੋਬਾਈਲ ਰੀਚਾਰਜ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਹੈ, ਜਿਹਨੂੰ ਇਹ ਮੁਸ਼ਕਲ ਹੈ ਕਿ ਉਹ ਸਬਸਿਡੀ ਦੇ ਫਾਰਮ ਕਿਵੇਂ ਭਰੇ, ਉਹ ਬਾਜ਼ਾਰਾਂ ਦੇ ਵਿੱਚ ਉਹਦੀ ਲੁੱਟ ਹੁੰਦੀ ਹੈ। ਜਿਹੜੇ ਦੁਕਾਨਦਾਰ ਏਜੰਟ ਬੈਠੇ ਆ ਫਾਰਮ ਭਰਾਉਣ ਵਾਲੇ, ਉਹ ਆਪਦੇ ਕੋਲੋਂ ਤੋਂ 2-2 3-3 ਹਜ਼ਾਰ 40 ਰੁਪਏ ਫੀਸ ਵਾਲਾ ਲੈ ਰਹੇ ਹੈ। ਉਹਨੂੰ ਕਿਹਾ ਜਾ ਰਿਹਾ ਉਹ ਈ ਟ੍ਰੇਡਿੰਗ ਕਰੇ। ਈ ਟ੍ਰੇਡਿੰਗ ਦੇ ਮਾਮਲੇ ਵਿੱਚ ਸੂਬਾਈ ਨਿਯਮ ਅਤੇ ਨਵੀਂ ਆਰਡੀਨੈਂਸ ਰਾਹੀਂ ਵਪਾਰ ਕੌਣ ਕਰ ਸਕਦਾ, ਇਹ ਸਵਾਲ ਹੈ। ਤਾਂ ਜਵਾਬ ਦੇ ਵਿੱਚ ਹਮੀਰ ਸਿੰਘ ਕੀ ਲਿਖਦੇ ਆ, ਪੰਜਾਬ ਸਰਕਾਰ ਦੇ ਕਾਨੂੰਨ ਅਨੁਸਾਰ ਕੇਵਲ ਲਾਇਸੈਂਸ ਵਾਲਾ ਡੀਲਰ ਹੀ ਈ ਟ੍ਰੇਡਿੰਗ ਕਰ ਸਕਦਾ ਹੈ। ਜਿਹੜਾ ਪਹਿਲਾ ਕਾਨੂੰਨ ਸੀ ਉਹਦੇ 'ਚ ਸੀ ਜੇ ਤੁਸੀਂ ਈ ਟ੍ਰੇਡਿੰਗ ਕਰਨੀ ਹੈ ਤਾਂ ਲਾਇਸੈਂਸ ਹੋਣਾ ਜ਼ਰੂਰੀ ਹੈ। ਕੇਂਦਰੀ ਆਰਡੀਨੈਂਸ ਮੁਤਾਬਿਕ ਈ ਟ੍ਰੇਡਿੰਗ ਲਈ ਕਿਸੇ ਤਰ੍ਹਾਂ ਦੇ ਲਾਇਸੈਂਸ ਦੀ ਲੋੜ ਨਹੀਂ ਹੈ ਅਤੇ ਕੇਵਲ ਪੈਨ ਨੰਬਰ ਕਾਫੀ ਹੈ। ਉਸ ਲਈ ਕੋਈ ਫੀਸ ਅਦਾ ਕਰਨੀ ਜ਼ਰੂਰੀ ਨਹੀਂ ਹੈ। ਅਗਲਾ ਸਵਾਲ ਹੈ ਕਿ ਫੂਡ ਪ੍ਰੋਸੈਸਿੰਗ ਦੇ ਮੁੱਦੇ ਉੱਤੇ ਮੌਜੂਦਾ ਕਾਨੂੰਨ ਅਤੇ ਨਵੇਂ ਆਰਡੀਨੈਂਸ ਦੇ ਵਿੱਚ ਕੀ ਵਖਰੇਵਾਂ ਕੀ ਹੈ ਦੋਨਾਂ 'ਚ। ਸੂਬਾਈ ਕਾਨੂੰਨ ਮੁਤਾਬਕ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਯੂਨੀਫਾਈਡ ਲਾਇਸੈਂਸ ਪ੍ਰਣਾਲੀ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਹਰ ਮੰਡੀ ਲਈ ਲਾਇਸੈਂਸ ਲੈਣਾ ਪੈਂਦਾ ਸੀ। ਸਰਕਾਰ ਦੀ ਦਲੀਲ ਹੈ ਕਿ ਅਜਿਹਾ ਵੱਡੀਆਂ ਕੰਪਨੀਆਂ ਨੂੰ ਖੁਰਾਕ ਪ੍ਰੋਸੈਸਿੰਗ ਦੇ ਫੀਲਡ ਵਿੱਚ ਸ਼ਾਮਿਲ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਪੱਖ ਵੀ ਨੋਟ ਕਰਨ ਵਾਲਾ ਹੈ ਕਿ 2017 ਦੇ ਕਾਨੂੰਨ ਮੁਤਾਬਕ ਸੂਬੇ ਦੇ ਵਿੱਚ ਅਜੇ ਤੱਕ ਕੋਈ ਵੀ ਪ੍ਰਾਈਵੇਟ ਮੰਡੀ ਨਹੀਂ ਬਣੀ। ਪੰਜਾਬ ਦੀ ਗੱਲ ਹੈ, 3 ਸਾਲ ਹੋ ਗਏ ਪ੍ਰਾਈਵੇਟ ਮੰਡੀ ਨੂੰ ਇਜਾਜ਼ਤ ਮਿਲੀ ਨੂੰ। ਇਹ ਕੇਂਦਰ ਦਾ ਕਾਨੂੰਨ ਹੁਣ ਆਉਂਦਾ ਹੈ, ਪਰ ਪੰਜਾਬ 'ਚ ਹਾਲੇ ਤੱਕ ਕੋਈ ਵੀ ਪ੍ਰਾਈਵੇਟ ਮੰਡੀ ਨਹੀਂ ਬਣੀ। ਕੇਂਦਰੀ ਆਰਡੀਨੈਂਸ ਮੁਤਾਬਕ ਵੱਡੀਆਂ ਕੰਪਨੀਆਂ ਨੂੰ ਕਿਸੇ ਵੀ ਲਾਇਸੈਂਸ ਦੀ ਲੋੜ ਨਹੀਂ ਹੈ। ਤਾਂ ਗੱਲ ਕਲੀਅਰ ਹੋ ਗਈ। ਈ ਟ੍ਰੇਡਿੰਗ ਵਾਸਤੇ ਪੰਜਾਬ ਦਾ ਕਾਨੂੰਨ ਕਹਿੰਦਾ ਸੀ ਕਿ ਲਾਇਸੈਂਸ ਦੀ ਲੋੜ ਹੈ। ਕੇਂਦਰ ਸਰਕਾਰ ਨੇ ਕਿਹਾ ਕਿਸੇ ਵੱਡੀ ਕੰਪਨੀ ਨੂੰ ਈ ਟ੍ਰੇਡਿੰਗ ਲਈ ਕੋਈ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ, ਉਹ ਆਪਣੇ ਤਰੀਕੇ ਦੇ ਨਾਲ ਵਪਾਰ ਕਰ ਸਕਦੀ ਹੈ। ਅਗਲਾ ਵੱਡਾ ਸਵਾਲ ਹੈ ਕਿ ਖੇਤੀ ਉਪਜ ਮੰਡੀ ਕਾਨੂੰਨ ਦੇ ਵਿੱਚ 2020 ਦੀ ਸੋਧ ਪਿੱਛੋਂ ਘੱਟੋ ਘੱਟ ਸਮਰਥਨ ਮੁੱਲ ਤੇ ਕੀ ਅਸਰ ਪਊਗਾ। MSP ਪ੍ਰਧਾਨ ਮੰਤਰੀ ਨੇ ਵੀ ਕਿਹਾ, ਪੰਜਾਬੀ 'ਚ ਟਵੀਟ ਕੀਤਾ ਸਗੋਂ, ਕਿ ਨਹੀਂ ਭਾਈ MSP ਖਤਮ ਨਹੀਂ ਹੋਊਗੀ। ਪਰ ਹਮੀਰ ਸਿੰਘ ਦੇ ਸਵਾਲ ਤੋਂ ਬਾਅਦ ਉਹ ਜਵਾਬ ਕੀ ਲਿਖਦੇ ਆ, ਸੋਧ ਤੋਂ ਬਾਅਦ ਕਣਕ ਅਤੇ ਝੋਨੇ ਦਾ ਸਮਰਥਨ ਮੁੱਲ ਤੇ ਉਸ ਦੀ ਖਰੀਦ ਜਾਰੀ ਹੈ। ਕੇਂਦਰੀ ਏਜੰਸੀਆਂ ਤੋਂ ਪੰਜਾਬ ਸਰਕਾਰ ਨੂੰ ਟੈਕਸ ਵੀ ਆ ਰਹੇ ਹੈ। ਨਵੇਂ ਆਰਡੀਨੈਂਸ ਮੁਤਾਬਕ ਘੱਟੋ ਘੱਟ ਖਰੀਦ ਮੁੱਲ ਉੱਤੇ ਖਰੀਦ ਦੀ ਗਰੰਟੀ ਖਤਮ ਹੋਣ ਦੀ ਸੰਭਾਵਨਾ ਹੈ, ਕਿਉਂਕਿ ਇਸ ਦੇ
ਜਾਰੀ ਰਹਿਣ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਕੀਤਾ ਗਿਆ, ਮੰਡੀਆਂ ਬਿਨਾਂ ਕੰਟਰੋਲ ਤੋਂ ਕਰ ਦਿੱਤੀਆਂ ਗਈਆਂ। ਤਾਂ ਭਾਵੇਂ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਐਮਐਸਪੀ ਖਤਮ ਨਹੀਂ ਹੋਊਗੀ, ਪਰ ਇਸ ਨੂੰ ਕਾਨੂੰਨ ਦੇ ਦਾਇਰੇ ਵਿੱਚ ਵੀ ਨਹੀਂ ਲਿਆਂਦਾ ਗਿਆ। ਇਹ ਕਾਨੂੰਨ ਨਹੀਂ ਹੈ ਕਿ ਐਮਐਸਪੀ ਨਹੀਂ ਰਹੂਗੀ, ਇਹ ਸਿਰਫ ਇੱਕ ਸਿਫਾਰਿਸ਼ ਹੈ ਔਰ ਇੱਕ ਭਰੋਸਾ ਹੈ ਕਿ ਨਹੀਂ ਰਹੂਗੀ। ਤਾਂ ਇਸ ਨੂੰ ਕਾਨੂੰਨ ਦੇ ਦਾਇਰੇ 'ਚ ਨਹੀਂ ਰੱਖਿਆ ਗਿਆ ਔਰ ਮੰਡੀਆਂ ਜਿਹੜੀਆਂ ਉਹ ਬਿਨਾਂ ਕੰਟਰੋਲ ਤੋਂ ਨੇ। ਹੁਣ ਮੰਡੀਆਂ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਰਹੂਗਾ ਸੂਬਾ ਸਰਕਾਰ ਦਾ, ਸੂਬਾ ਸਰਕਾਰ ਦਖਲਅੰਦਾਜ਼ੀ ਹੀ ਨਹੀਂ ਕਰ ਪਾਊਗੀ। ਇਹਨਾਂ ਆਰਡੀਨੈਂਸਾਂ ਦਾ ਆੜਤ ਪ੍ਰਣਾਲੀ ਤੇ ਕੀ ਅਸਰ ਪਊਗਾ, ਆੜਤੀਆਂ ਨੂੰ ਕੀ ਅਸਰ ਪੈਂਦਾ, ਇਸ ਬਾਰੇ ਵੀ ਗੱਲ ਕਰਦੇ ਹਾਂ। ਪਹਿਲਾਂ ਕੀ ਸੀਗਾ, ਪੰਜਾਬ ਦਾ ਕਾਨੂੰਨ ਕੀ ਕਹਿ ਰਿਹਾ ਸੀ 2017 ਦਾ ਜਿਹੜਾ ਸੋਧ ਬਿੱਲ ਹੈ। ਪੰਜਾਬ ਦੇ 2017 ਮੰਡੀ ਨਿਯਮਾਂ ਅਨੁਸਾਰ ਫਸਲ ਦੀ ਅਦਾਇਗੀ ਆੜਤੀਆਂ ਰਾਹੀਂ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਈ ਜਾਊਗੀ। ਉਹਨਾਂ ਨੂੰ 2.5% ਦਾ ਆੜ ਦਿੱਤੀ ਜਾਂਦੀ ਹੈ ਅਤੇ ਅਲੱਗ ਤੋਂ ਆੜਤੀਆਂ ਦੇ ਖਾਤੇ ਦੇ ਵਿੱਚ ਪੈਂਦੀ ਹੈ। ਹੁਣ ਕੇਂਦਰ ਨੇ ਕੀ ਕਰਤਾ, ਕੇਂਦਰ ਦੇ 2017 ਦੇ ਮਾਡਲ ਕਾਨੂੰਨ ਮੁਤਾਬਕ FCI ਅਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਸਣੇ ਸਭ ਖਰੀਦਦਾਰਾਂ ਨੂੰ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦਾ ਨਿਯਮ ਹੈ। ਆੜਤੀਆਂ ਦੀ ਆੜਤ ਨੂੰ ਵੀ ਘਟਾਏ ਜਾਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨਵੇਂ ਆਰਡੀਨੈਂਸ ਵਿੱਚ ਆੜਤ ਪ੍ਰਣਾਲੀ ਲਈ ਕੋਈ ਥਾਂ ਨਹੀਂ ਹੈ। ਤਾਂ ਆੜਤੀਆਂ ਨੂੰ ਕਿਵੇਂ ਅਫੈਕਟ ਕਰੂਗਾ ਇਹ ਸਮਝਣ ਦੀ ਲੋੜ ਹੈ। ਅੱਗੇ ਚੱਲਦੇ ਹਾਂ। ਵੱਡਾ ਸਵਾਲ ਕੰਟਰੈਕਟ ਫਾਰਮਿੰਗ ਰਾਹੀਂ ਜਿਹੜਾ ਕਿਸਾਨਾਂ ਦੀ ਆਮਦਨ ਵਾਧੇ ਦੇ ਮਾਮਲੇ ਬਾਬਤ ਮੌਜੂਦਾ ਕਾਨੂੰਨ ਤੇ ਨਵੇਂ ਆਰਡੀਨੈਂਸ ਕੀ ਫਰਕ ਹੈ ਕਿ ਕੰਟਰੈਕਟ ਫਾਰਮਿੰਗ ਦੇ ਉੱਤੇ ਪਹਿਲਾਂ ਕੀ ਸੀ, ਹੁਣ ਕੀ ਹੈ। ਪੰਜਾਬ ਦੇ ਕਾਨੂੰਨ ਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਦੀ ਪ੍ਰੋਵੀਜ਼ਨ ਹੈ। ਜਿਹੜਾ 2017 ਦਾ ਪੰਜਾਬ ਦਾ ਕਾਨੂੰਨ ਹੈ ਉਹਦੇ 'ਚ ਵੀ ਕੰਟਰੈਕਟ ਫਾਰਮਿੰਗ ਪ੍ਰੋਵੀਜ਼ਨ ਰੱਖੀ ਗਈ ਹੈ। ਫਲਾਂ ਤੇ ਸਬਜ਼ੀਆਂ ਦੀ ਫਸਲ ਦੀ ਕਟਾਈ ਜਾਂ ਤੁੜਾਈ ਤੋਂ ਪਹਿਲਾਂ ਵੀ ਮੰਡੀ ਬੋਰਡ ਤੋਂ ਲਾਇਸੈਂਸਸ਼ੁਦਾ ਵਪਾਰੀ ਕੰਟਰੈਕਟ ਕਰ ਸਕਦਾ ਸੀ। ਉਸ ਨੂੰ ਮੰਡੀ ਬੋਰਡ ਨੂੰ 10,000 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਕੰਟਰੈਕਟ ਤਹਿਤ ਵਪਾਰੀ ਫਸਲ ਸਿੱਧੀ ਉਤਪਾਦਕ ਤੋਂ ਖਰੀਦ ਸਕਦਾ ਹੈ। ਕਿਸੇ ਮਾਰਕੀਟ ਕਮੇਟੀ ਦੇ ਨੋਟੀਫਾਈਡ ਖੇਤਰ ਅੰਦਰ ਪੈਂਦੇ ਕਿਸੇ ਫਲ ਅਤੇ ਸਬਜ਼ੀਆਂ ਦੇ ਖੇਤ ਦੀ ਕੰਟਰੈਕਟ ਫਾਰਮਿੰਗ ਵੀ ਮੰਡੀ ਕਾਨੂੰਨ ਤਹਿਤ ਖਰੀਦ ਵੇਚ ਪ੍ਰਣਾਲੀ ਦੇ ਅਧੀਨ ਮੰਨੀ ਜਾਵੇਗੀ। ਉਹਨਾਂ ਨੂੰ ਨਿਰਧਾਰਤ ਚਾਰਜ ਦੇਣੇ ਪੈਣਗੇ। ਪਹਿਲਾਂ ਦਾ ਇਹ ਕਾਨੂੰਨ ਸੀ। ਹੁਣ ਮੌਜੂਦਾ ਕੀ ਹੈ, ਹੁਣ ਨਵਾਂ ਕਾਨੂੰਨ ਕੀ ਕਹਿੰਦਾ ਹੈ। ਮੌਜੂਦਾ ਕੰਟਰੈਕਟ ਫਾਰਮਿੰਗ ਦੇ ਆਰਡੀਨੈਂਸ ਵਿੱਚ ਕੇਂਦਰ ਸਰਕਾਰ ਨੇ 2017 ਦੇ ਮਾਡਲ ਕਾਨੂੰਨ ਦੇ ਵਾਂਗ ਹੀ ਕਿਸੇ ਤਰ੍ਹਾਂ ਦਾ ਕੋਈ ਰੈਗੂਲੇਸ਼ਨ ਨਹੀਂ ਹੋਊਗਾ। ਉਸ ਵਿੱਚ 1% ਟੈਕਸ ਦਾ ਪ੍ਰਾਵਧਾਨ ਸੀ। ਆਰਡੀਨੈਂਸ ਵਿੱਚ ਉਹ ਵੀ ਖਤਮ ਕਰ ਦਿੱਤਾ ਗਿਆ ਹੈ। ਤਾਂ ਕੰਟਰੈਕਟ ਫਾਰਮਿੰਗ ਦੇ ਵਿੱਚ ਹੁਣ ਟੈਕਸੇਸ਼ਨ ਜਿਹੜੀ ਹੈ ਉਹ ਖਤਮ ਕਰਤੀ ਹੈ। ਆਖਰ ਦੇ ਵਿੱਚ ਬਹੁਤ ਇੰਪੋਰਟੈਂਟ ਸਵਾਲ ਹੈ, ਸਰਕਾਰ ਦੁਆਰਾ ਅਨਾਜ ਦੀ ਖਰੀਦ ਨਾਲ ਅਨਾਜ ਦਾ ਹਿਸਾਬ ਕਿਤਾਬ ਸਰਕਾਰ ਕੋਲ ਰਹਿੰਦਾ ਹੈ। ਇਸ ਦਾ ਤੁਲਕ ਜਨਤਕ ਵੰਡ ਪ੍ਰਣਾਲੀ ਰਾਹੀਂ ਲੋਕਾਂ ਨੂੰ ਅਨਾਜ ਵੰਡਣ ਦੇ ਨਾਲ ਹੈ। ਕੀ ਨਵੇਂ ਆਰਡੀਨੈਂਸ ਬਾਰੇ ਕੁਝ ਕਹਿੰਦੇ ਨੇ ਇਸ ਬਾਰੇ? ਤਾਂ ਇਸ ਦਾ ਜਵਾਬ ਇਹ ਹੈ ਕਿ ਖੇਤੀ ਉਪਜ ਮੰਡੀ ਕਾਨੂੰਨ ਅਨੁਸਾਰ ਕਣਕ ਅਤੇ ਝੋਨੇ ਦੀ ਖਰੀਦ ਦਾ ਮੁਕੰਮਲ ਹਿਸਾਬ ਕਿਤਾਬ ਪੰਜਾਬ ਰਾਜ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਕੋਲ ਮੌਜੂਦ ਰਹਿੰਦਾ ਹੈ। ਹੁਣ ਕੇਂਦਰੀ ਆਰਡੀਨੈਂਸ ਮੁਤਾਬਕ ਖਰੀਦਦਾਰੀ ਲਈ ਕਿਸੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਸਰਕਾਰੀ ਪੱਧਰ ਉੱਤੇ ਕਿਸੇ ਏਜੰਸੀ ਕੋਲ ਖੇਤੀ ਉਪਜ ਦੇ ਸਟਾਕ ਦਾ ਕੋਈ ਹਿਸਾਬ ਕਿਤਾਬ ਨਹੀਂ ਹੋਊਗਾ। ਤਾਂ ਕਿੰਨਾ ਵੇਚਿਆ, ਕਿੰਨਾ ਖਰੀਦਿਆ, ਇਸ ਦਾ ਕੋਈ ਹਿਸਾਬ ਕਿਤਾਬ ਹੁਣ ਨਹੀਂ ਹੋਇਆ ਕਰੂਗਾ, ਕਿਉਂਕਿ ਜੇ ਪ੍ਰਾਈਵੇਟ ਕੋਈ ਖਰੀਦੂਗਾ, ਕੋਈ ਰਜਿਸਟ੍ਰੇਸ਼ਨ ਹੀ ਨਹੀਂ ਹੋਣੀ, ਤਾਂ ਫਿਰ ਹਿਸਾਬ ਕਿਤਾਬ ਕਾਹਦਾ। ਜ਼ਰੂਰੀ ਵਸਤਾਂ ਸੋਧ ਆਰਡੀਨੈਂਸ ਮੁਤਾਬਕ ਜ਼ਖੀਰੇਬਾਜ਼ੀ ਦੀ ਖੁੱਲ੍ਹ ਹੋ ਗਈ ਹੈ। ਜਿੰਨਾ ਮਰਜ਼ੀ ਸਟੋਰ ਕਰ ਲਓ, ਇਹ ਖੁੱਲ੍ਹ ਦੇ ਦਿੱਤੀ ਗਈ ਹੈ। ਕਿਸੇ ਕੋਲ ਕਿੰਨਾ ਜ਼ਖੀਰਾ ਹੈ ਇਸ ਦੀ ਵੀ ਕੋਈ ਸੂਚਨਾ ਨਹੀਂ ਹੋਊਗੀ। ਮਿਸਾਲ ਦੇ ਤੌਰ ਤੇ ਜੇ ਇੱਕ ਕੋਈ ਪ੍ਰਾਈਵੇਟ ਕੰਪਨੀ 1 ਸਾਲ ਆ ਕੇ, ਜਿਸ ਦਾ ਬਹੁਤ ਵੱਡੀ ਕੰਪਨੀ, ਦੇਸ਼ ਦੀ ਕੋਈ ਬਹੁਤ ਵੱਡੀ ਕੰਪਨੀ ਆ ਕੇ ਜਮਾਖੋਰੀ ਕਰ ਲੈਂਦੀ ਹੈ, ਮੱਕੀ ਦੀ ਕਰ ਲੈਂਦੀ ਹੈ ਜਾਂ ਉਹ ਨਰਮੇ ਦੀ ਕਰ ਲੈਂਦੀ ਹੈ, ਤਾਂ ਉਹਦਾ ਕੋਈ ਹਿਸਾਬ ਸਰਕਾਰ ਕੋਲੇ ਨਹੀਂ ਹੋਊਗਾ ਤੇ ਫਿਰ ਉਹ ਰੇਟ ਆਪਦੇ ਹਿਸਾਬ ਤੇ ਬਾਅਦ ਦੇ ਵਿੱਚ ਵਧਾ ਜਾਂ ਘਟਾ ਸਕਦੇ ਹੈ। ਪਹਿਲਾਂ ਇਸ ਤਰ੍ਹਾਂ ਹੁੰਦਾ ਹੈ, ਅਨਆਰਗੇਨਾਈਜ਼ਡ ਮਾਰਕੀਟ ਦੇ ਵਿੱਚ ਇਹ ਹੈ। ਤਾਂ ਆਖਰ ਦੇ ਵਿੱਚ ਇਹ ਕਿ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੇ ਖੇਤੀ ਉਪਜ ਮੰਡੀ ਕਮੇਟੀ ਕਾਨੂੰਨ 2017 ਅਤੇ ਨਵੇਂ ਆਰਡੀਨੈਂਸਾਂ ਦੇ ਵਿੱਚ ਵੱਡਾ ਅੰਤਰ ਹੈ। ਇਹ ਕਿ ਸੂਬਾਈ ਕਾਨੂੰਨ ਦੇ ਵਿੱਚ ਵਪਾਰ ਦਾ ਹਰ ਪੱਖ ਨਿਯਮ ਰੈਗੂਲੇਟਡ ਹੈ ਅਤੇ ਨਵੇਂ ਆਰਡੀਨੈਂਸਾਂ ਦੇ ਵਿੱਚੋਂ ਰੈਗੂਲੇਸ਼ਨ ਗਾਇਬ ਹੈ। ਰਾਜਾਂ ਦੇ ਅਧਿਕਾਰ ਖੇਤਰ ਨੂੰ ਸੱਟ ਵੱਜਦੀ ਹੈ। ਸੋ ਇਹ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਮੀਰ ਸਿੰਘ ਦੇ ਲੇਖ ਦਾ ਹਵਾਲਾ ਦਿੱਤਾ ਹੈ। ਸਵਾਲਾਂ ਦੇ ਜਵਾਬ ਇਸ ਲੇਖ ਦੇ ਵਿੱਚ ਸਨ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਪ੍ਰਾਈਵੇਟ ਮੰਡੀਆਂ ਕਾਨੂੰਨ ਕਹਿੰਦਾ ਹੈ, ਪਰ ਹਾਲੇ ਤੱਕ ਇੱਕ ਵੀ ਮੰਡੀ ਸਥਾਪਿਤ ਨਹੀਂ ਹੋਈ। ਤਾਂ ਇਹ ਵੱਡਾ ਸਵਾਲ ਹੈ
ਕਿ ਜੇ ਪਹਿਲਾਂ ਤੋਂ ਮੰਡੀਆਂ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਸੀ ਤਾਂ ਕਿਉਂ ਨਹੀਂ ਹੁੰਦੀਆਂ। ਜੇ ਵਿੱਚ ਕੋਈ ਕਮੀ ਦਿਸੀ ਹੋਣੀ ਹੈ ਤਾਂ ਹੀ ਸ਼ਾਇਦ ਪ੍ਰਾਈਵੇਟ ਨਹੀਂ ਹੋਈਆਂ। ਤਾਂ ਇਸ ਪੂਰੇ ਲੇਖ ਦੇ ਉੱਤੇ ਸਾਡੀ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।